ਵਾਹਿਗੁਰੂ ਜੀ ਕਿਰਪਾ ਕਰਨ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਦਰਸ਼ਨੀ ਡਿਓੜੀ ਦੇ ਸਾਹਮਣੇ ਸਿੱਖ ਕੌਮ ਦਾ ਸ਼੍ਰੋਮਣੀ ਤਖਤ ਹੈ। ਅਕਾਲ ਤਖਤ ਸਾਹਿਬ ਕਿੱਥੇ ਹੈ ਕੁਐਸ਼ਨ ਆ ਸਕਦਾ। ਦਰਸ਼ਨੀ ਡਿਓੜੀ ਜਿੱਥੇ ਆਪਾਂ ਲਾਈਨ 'ਚ ਲੱਗਦੇ ਹਾਂ ਨਾ ਮੱਥਾ ਟੇਕਣ ਵਾਸਤੇ ਦਰਬਾਰ ਸਾਹਿਬ, ਉਹਨੂੰ ਦਰਸ਼ਨੀ ਡਿਓੜੀ ਬੋਲਿਆ ਜਾਂਦਾ, ਜਿਹਨੂੰ ਆਪਾਂ ਪੁੱਲ ਵੀ ਕਹਿ ਦਿੰਦੇ ਹਾਂ, ਲੇਕਿਨ ਪੁੱਲ ਨਹੀਂ ਕਹਿਣਾ ਚਾਹੀਦਾ ਕਿਉਂਕਿ ਗੁਰੂ ਮਹਾਰਾਜ ਦੀ ਰਿਸਪੈਕਟ ਕਰਨੀ ਹੈ, ਅਤੇ ਉਹਨੂੰ ਆਪਾਂ ਬੋਲਣਾ ਦਰਸ਼ਨੀ ਡਿਓੜੀ। ਠੀਕ ਹੈ ਜੀ। ਉੱਥੇ ਜਿੱਥੇ ਆਪਾਂ ਲਾਈਨਾਂ ਲਗਾ ਕੇ ਖੜ੍ਹੇ ਹੋ ਜਾਂਦੇ ਹਾਂ ਮੱਥਾ ਟੇਕਣ ਵਾਸਤੇ, ਉਹਦੇ ਸਾਹਮਣੇ ਆ ਅਕਾਲ ਤਖਤ ਸਾਹਿਬ। ਅਕਾਲ ਤਖਤ ਸਾਹਿਬ ਕਿੱਥੇ ਹੈ? ਦਰਬਾਰ ਸਾਹਿਬ ਅੰਮ੍ਰਿਤਸਰ ਦੀ ਦਰਸ਼ਨੀ ਡਿਓੜੀ ਦੇ ਸਾਹਮਣੇ ਸਿੱਖ ਕੌਮ ਦਾ ਸ਼੍ਰੋਮਣੀ ਤਖਤ ਹੈ ਅਕਾਲ ਤਖਤ ਸਾਹਿਬ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਿਆਰ ਕਰਵਾਇਆ ਸੀ। ਇਹ ਤਖਤ ਕਿਸ ਨੇ ਤਿਆਰ ਕਰਵਾਇਆ ਸੀ? ਸਾਨੂੰ ਕੁਐਸ਼ਨ ਆ ਸਕਦਾ ਹੈ। ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ। ਕਈਆਂ ਨੂੰ ਇਹ ਲੱਗਦਾ ਹੈ ਕਿ ਗੁਰੂ ਰਾਮਦਾਸ ਜੀ ਨੇ ਸਾਰਾ ਆਪਣਾ ਅੰਮ੍ਰਿਤਸਰ ਦਾ ਜਿਹੜਾ ਸਰੋਵਰ ਸੀ, ਅੰਮ੍ਰਿਤਸਰ ਬਣਾਉਣਾ ਸੀ ਜਿਹੜਾ, ਉਹ ਉਹਨਾਂ ਨੇ ਸਟਾਰਟਿੰਗ ਕਰਾਈ ਸੀ ਗੁਰੂ ਰਾਮਦਾਸ ਜੀ ਨੇ, ਅਤੇ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਦੀ ਸੰਪੂਰਨਤਾ ਕਰਵਾਈ ਸੀ, ਅਤੇ ਗੁਰੂ ਅਰਜਨ ਦੇਵ ਜੀ ਨੇ ਹੀ ਤਖਤ ਬਣਵਾਇਆ ਹੋਏਗਾ। ਨਹੀਂ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਤਖਤ ਬਣਵਾਇਆ ਸੀ। ਇੱਥੇ ਆਪ ਜੀ ਦੁਪਹਿਰ ਮਗਰੋਂ ਇਕੱਠ ਕਰਿਆ ਕਰਦੇ ਸਨ, ਜਿਸ ਵਿੱਚ ਕਸਰਤਾਂ ਹੁੰਦੀਆਂ, ਵਾਰਾਂ ਗਾਈਆਂ ਜਾਂਦੀਆਂ, ਪੰਥਕ ਮਾਮਲੇ ਵਿਚਾਰੇ ਅਤੇ ਨਿਬੇੜੇ ਜਾਂਦੇ। ਇਹਦੇ ਵਿੱਚ ਕੀ ਕਰਦੇ ਸੀ ਗੁਰੂ ਮਹਾਰਾਜ? ਸਭ ਨੂੰ ਇਕੱਠੇ ਕਰਕੇ ਕਸਰਤ ਹੁੰਦੀ ਸੀ, ਵਾਰਾਂ ਗਾਈਆਂ ਜਾਂਦੀਆਂ ਸੀਗੀਆਂ, ਭਾਈ ਗੁਰਦਾਸ ਜੀ ਦੀ ਵਾਰ ਜਾਂ ਜਿਹੜੀਆਂ ਵੀ ਵਾਰਾਂ ਹਨ ਉਹ ਗਾਈਆਂ ਜਾਂਦੀਆਂ ਸਨ, ਪੰਥਕ ਮਾਮਲੇ ਵਿਚਾਰੇ ਅਤੇ ਨਿਬੇੜੇ ਜਾਂਦੇ ਸਨ। ਮੇਨ ਤਖਤ ਜਿਹੜਾ ਹੁੰਦਾ ਉਹ ਕਿਸ ਵਾਸਤੇ ਹੁੰਦਾ? ਸਾਡੇ ਪੰਥ ਲਈ ਆਪਾਂ ਕੋਈ ਵੀ ਫੈਸਲਾ ਲੈਣਾ, ਕੋਈ ਵੀ ਡਿਸੀਜਨ ਲੈਣਾ ਨਾ, ਉਹ ਇੱਥੇ ਤਖਤ ਤੋਂ ਲਿਆ ਜਾਂਦਾ ਅਤੇ ਇੱਥੇ ਮਾਮਲੇ ਨਿਬੇੜੇ ਜਾਂਦੇ ਹਨ। ਇੱਥੇ ਗੁਰੂ ਸਾਹਿਬ ਅਤੇ ਸਿੱਖਾਂ ਦੇ ਸ਼ਸਤਰ ਪਏ ਹੋਏ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੀੜ ਦਾ ਪ੍ਰਕਾਸ਼ ਦਰਬਾਰ ਸਾਹਿਬ ਵਿੱਚ ਕੀਤਾ ਜਾਂਦਾ ਹੈ, ਉਹ ਰਾਤ ਨੂੰ ਅਕਾਲ ਤਖਤ ਸਾਹਿਬ ਵਿਖੇ ਸੁਖਾਸਨ ਲਈ ਲਿਆਈ ਜਾਂਦੀ ਹੈ। ਇੱਥੋਂ ਬਹੁਤ ਕੁਐਸ਼ਚਨਸ ਅਰਾਈਜ਼ ਹੋ ਰਹੇ ਆ ਕਿ ਜਿਹੜੀ ਬੀੜ ਗੁਰੂ ਗ੍ਰੰਥ ਸਾਹਿਬ ਜੀ ਦੀ ਦਰਬਾਰ ਸਾਹਿਬ ਪ੍ਰਕਾਸ਼ ਕੀਤੀ ਜਾਂਦੀ ਹੈ, ਉਹ ਸੁਖਾਸਨ ਕਿੱਥੇ, ਉਸ ਬੀੜ ਦਾ ਸੁਖਾਸਨ ਕਿੱਥੇ ਹੁੰਦਾ? ਤਾਂ ਆਪਾਂ ਕਹਿ ਸਕਦੇ ਹਾਂ ਅਕਾਲ ਤਖਤ ਸਾਹਿਬ 'ਤੇ। ਅਕਾਲ ਤਖਤ ਸਾਹਿਬ ਤੋਂ ਆਪਾਂ ਬਹੁਤ ਵੀਡੀਓਜ਼ ਵੀ ਦੇਖਦੇ ਹਾਂ ਜਦੋਂ ਗੁਰੂ ਮਹਾਰਾਜ ਦਾ ਪ੍ਰਕਾਸ਼ ਵਾਸਤੇ ਅਕਾਲ ਤਖਤ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਆਉਂਦੇ ਆ, ਅਤੇ ਉਹ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ ਕਰਦੇ ਆ, ਅਤੇ ਉਹ ਸੁਖਾਸਨ ਵੀ ਅਕਾਲ ਤਖਤ ਸਾਹਿਬ 'ਚ ਕਰਦੇ ਆ। ਜਿਵੇਂ ਇੱਕ ਆਪਾਂ ਕਹਿੰਦੇ ਹਾਂ ਨਾ, ਇਹ ਸੁਖਾਸਨ ਦਾ ਕਮਰਾ ਹੈ, ਸੱਚਖੰਡ ਹੈ, ਸੁਖਾਸਨ ਦਾ ਕਮਰਾ ਹੈ, ਇੱਦਾਂ ਉੱਥੇ ਸੁਖਾਸਨ ਦਾ ਕਮਰਾ ਕਿਹੜਾ? ਅਕਾਲ ਤਖਤ ਸਾਹਿਬ। ਉੱਥੇ ਗੁਰੂ ਮਹਾਰਾਜ ਨੂੰ ਸੁਖਾਸਨ ਕੀਤਾ ਜਾਂਦਾ ਗੁਰੂ ਮਹਾਰਾਜ ਦਾ। ਠੀਕ ਹੈ ਜੀ। ਅੱਗੇ ਚੱਲਦੇ ਹਾਂ। ਗੁਰਦੁਆਰਾ ਸ਼ੀਸ਼ ਮਹਿਲ ਕੀਰਤਪੁਰ ਸਾਹਿਬ। ਸ਼ੀਸ਼ ਮਹਿਲ ਕੀਰਤਪੁਰ ਸਾਹਿਬ ਦਾ ਕੀ ਇਤਿਹਾਸ ਹੈ? ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ ਨਾਲ ਉਹਨਾਂ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੇ ਸਤਲੁਜ ਦਰਿਆ ਦੇ ਕੰਢੇ 'ਤੇ ਜ਼ਿਲ੍ਹਾ ਰੋਪੜ ਦੇ ਪਹਾੜੀ ਇਲਾਕੇ ਵਿੱਚ ਕੀਰਤਪੁਰ ਸ਼ਹਿਰ ਵਸਾਇਆ। ਕਿਸ ਨੇ ਵਸਾਇਆ ਸੀ? ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਨਾਲ ਉਹਨਾਂ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੇ ਵਸਾਇਆ ਸੀ। ਕਿੱਥੇ ਵਸਾਇਆ ਸੀ? ਸਤਲੁਜ ਦਰਿਆ ਦੇ ਕੰਢੇ 'ਤੇ, ਜਿਹੜਾ ਕਿ ਰੋਪੜ ਵਿੱਚ ਹੈ। ਰੋਪੜ ਦੇ ਪਹਾੜੀ ਇਲਾਕੇ ਵਿੱਚ ਕੀਰਤਪੁਰ ਸ਼ਹਿਰ ਵਸਾਇਆ। ਇਸ ਦੇ ਵਿਚਕਾਰ ਗੁਰਦੁਆਰਾ ਸ਼ੀਸ਼ ਮਹਿਲ, ਜਿੱਥੇ ਗੁਰੂ ਜੀ ਨਿਵਾਸ ਕਰਦੇ ਸਨ। ਗੁਰੂ ਹਰ ਰਾਏ ਜੀ ਅਤੇ ਗੁਰੂ ਹਰਕ੍ਰਿਸ਼ਨ ਜੀ ਦਾ ਪ੍ਰਕਾਸ਼ ਹੋਇਆ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਆਪ ਰਹਿੰਦੇ ਸਨ, ਨਿਵਾਸ ਕਰਦੇ ਸਨ। ਗੁਰੂ ਹਰ ਰਾਏ ਜੀ ਅਤੇ ਗੁਰੂ ਹਰਕ੍ਰਿਸ਼ਨ ਜੀ ਦਾ ਪ੍ਰਕਾਸ਼ ਇੱਥੇ ਹੋਇਆ ਸੀ। ਕਿੱਥੇ ਹੋਇਆ ਸੀ? ਗੁਰਦੁਆਰਾ ਸ਼ੀਸ਼ ਮਹਿਲ। ਸ਼ੀਸ਼ ਮਹਿਲ। ਅੱਗੇ ਸਾਡੇ ਕੋਲ ਗੁਰਦੁਆਰਾ ਬੰਗਲਾ ਸਾਹਿਬ। ਗੁਰਦੁਆਰਾ ਬੰਗਲਾ ਸਾਹਿਬ ਦਾ ਕੀ ਇਤਿਹਾਸ ਹੈ? ਜਿਹੜਾ ਦਿੱਲੀ ਵਿੱਚ ਹੈ, ਇਹ ਗੁਰਦੁਆਰਾ ਨਵੀਂ ਦਿੱਲੀ ਵਿੱਚ ਉਸ ਥਾਂ 'ਤੇ ਹੈ ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਨਿਵਾਸ ਕੀਤਾ ਸੀ। ਇੱਥੇ ਆਪ ਜੀ ਦੇ ਰਹਿਣ ਲਈ ਮਿਰਜ਼ਾ ਰਾਜਾ ਜੈ ਸਿੰਘ, ਜੋ ਆਪ ਜੀ ਦਾ ਸ਼ਰਧਾਲੂ ਸੀ, ਉਸਨੇ ਬੰਗਲਾ ਬਣਵਾਇਆ ਸੀ। ਗੁਰੂ ਮਹਾਰਾਜ ਇੱਥੇ ਰਹਿੰਦੇ ਸੀ ਅਤੇ ਮਿਰਜ਼ਾ ਰਾਜਾ ਜੈ ਸਿੰਘ ਨੇ ਬੰਗਲਾ ਬਣਵਾ ਕੇ ਦਿੱਤਾ ਸੀ ਗੁਰੂ ਮਹਾਰਾਜ ਨੂੰ, ਇਸ ਕਰਕੇ ਇਹਦਾ ਨਾਮ ਪਾ ਦਿੱਤਾ ਗਿਆ ਬੰਗਲਾ ਸਾਹਿਬ। ਗੁਰਦੁਆਰਾ ਬਾਲਾ ਸਾਹਿਬ। ਬਾਲਾ ਸਾਹਿਬ ਦਾ ਕੀ ਇਤਿਹਾਸ ਹੈ? ਦਿੱਲੀ ਵਿੱਚ ਜਮਨਾ ਦਰਿਆ ਦੇ ਕੰਢੇ 'ਤੇ ਹੈ। ਦਿੱਲੀ ਵਿੱਚ ਬਾਲਾ ਸਾਹਿਬ ਗੁਰਦੁਆਰਾ ਜਮਨਾ ਦਰਿਆ ਦੇ ਕੰਢੇ। ਇਹ ਉਹ ਸਥਾਨ ਹੈ ਜਿੱਥੇ ਗੁਰੂ ਹਰਕ੍ਰਿਸ਼ਨ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ ਸੀ। ਬਾਲਾ ਸਾਹਿਬ ਗੁਰਦੁਆਰਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ ਸੀ। ਇੱਥੇ ਹੀ ਮਗਰੋਂ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਜੀ ਦਾ ਸੰਸਕਾਰ ਹੋਇਆ ਸੀ। ਅਤੇ ਇਹ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਕੌਣ ਸਨ? ਇਹ ਗੁਰੂ ਗੋਬਿੰਦ ਸਾਹਿਬ ਜੀ ਦੀ ਪਤਨੀ ਸਨ। ਗੁਰਦੁਆਰਾ ਗੁਰੂ ਕੇ ਮਹਿਲ ਅੰਮ੍ਰਿਤਸਰ ਦਾ ਕੀ ਇਤਿਹਾਸ ਹੈ? ਗੁਰੂ ਬਾਜ਼ਾਰ ਅੰਮ੍ਰਿਤਸਰ ਵਿੱਚ ਇਹ ਉਹ ਗੁਰਦੁਆਰਾ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਹੋਇਆ ਸੀ। ਗੁਰੂ ਤੇਗ ਬਹਾਦਰ ਜੀ ਦਾ ਗੁਰਪੁਰਬ ਹੁਣੇ ਨਿਕਲ ਕੇ ਗਿਆ ਸੀ, ਅਤੇ ਉਦੋਂ ਬਹੁਤ ਮਸ਼ਹੂਰ ਗੱਲ ਇਹ ਬਹੁਤ ਚੱਲੀ ਸੀ ਕਿ ਗੁਰੂ ਕੇ ਮਹਿਲ ਜਾਣਾ ਹੈ ਸਭ ਨੇ ਦਰਸ਼ਨ ਕਰਨ।
गुरु के महल अमृतसर, अमृतसर विच एक गुरुद्वारा है गुरु के महल। उत्थे ਉਹਦਾ इतिहास है कि गुरु तेग बहादुर जी उत्थे प्रकाश उन्हां दा प्रकाश होया सी, गुरु तेग बहादुर जी दा उस गुरुद्वारा साहिब जिथे उन्हां दा प्रकाश होया उत्थे गुरुद्वारा साहिब बन गया केड़ा गुरु के महल, गुरु के महल। नैक्सट फोटो हाँ जी, अगे चलते हैं गुरुद्वारा बाबा बकाला। बाबा बकाला का की इतिहास है। इत्थे जिला अमृतसर के पिंड बाबा बकाला विखे ये गुरुद्वारा है। पिंड का नाम है बाबा बकाला, जिथे गुरु तेग बहादुर जी गुरु पद प्राप्त करने तो पहला रहिंदे सन। गुरु महाराज ने बाबा बकाला इस धरती पर बैठ के बहुत साल जप तप किया, बहुत साल कमाई की परमात्मा के नाम की। सिख धर्म के प्रचार लिए इत्थों ही दौरियां ते जाते रहे ते पंजाब विच अते पंजाब तो बाहर भी प्रचार करते रहे। जदों गुरु महाराज ने जाना इत्थों ही जाना धर्म प्रचार के दौरे करने वास्ते, ते गुरु बनने तो पहला इत्थे बाबा बकाले इत्थे ही रहिंदे सन। जदों गुरु हरकृष्ण जी महाराज ज्योति जोत समा गए सी, साडे 8वें पातशाह, उन्होंने आखिरी वर्ड्स कहे सी बाबा बसै ग्राम बकाले, जिसका मतलब है बाबा बसे मतलब अगले बाबा उस टाइम तो कहा जाता सी अगले गुरु महाराज नूं। गुरु महाराज बाबा बसै ग्राम बकाले, ग्राम मतलब पिंड, बकाले बाबा बकाले पिंड विच। तां उत्थे जाके मक्खन शाह लुबाणा जी ने जो एक बहुत वड्डा व्यापारी सी, उन्होंने लभ्या सी गुरु तेग बहादुर साहिब जी नूं उत्थे। उदों गुरु महाराज भगती कर रहे सन बाबा बकाले, तो उत्थे दा ये इतिहास है कि उत्थे गुरु महाराज ने रज के भगती की है। गुरु पदवी के प्राप्त होने तो पहला उत्थे रहिंदे सन। ठीक है जी। अगे गुरुद्वारा सीसगंज साहिब आनंदपुर साहिब, इत्थे गुरु तेग बहादुर जी के सीस का संस्कार होया सी। गुरु तेग बहादुर जी के सीस का जो दिल्ली तो भाई जैता जी लैके आए सन संस्कार किया गया सी। हुण ये ध्यान देना कि जिहड़ा सीसगंज साहिब आनंदपुर साहिब है ना, आनंदपुर साहिब वो जिहड़ा उत्थे दा की इतिहास है, गुरु तेग बहादुर जी के सीस का संस्कार किया गया सी। पहले उन्हां दा सीस जिहड़ा है जो दिल्ली तो भाई जैता जी लैके आए सन। गुरु महाराज का सीस कौन लैके आया सी? भाई जैता जी। भाई जैता जी लैके आए सी। उन्होंने गुरु गोबिंद सिंह जी नूं अपने पिता गुरु जी के सीस के दर्शन करवाए तो उस तो बाद संस्कार किया। सीसगंज साहिब आनंदपुर साहिब। ठीक है जी। अगे है गुरुद्वारा सीसगंज साहिब दिल्ली। दिल्ली का इतिहास है जिथे भाई मती दास जी, सतीदास जी, भाई दयाला जी नूं तसीहे दे के शहीद किया। उपरांत गुरु तेग बहादुर साहिब जी ने भी उत्थे उस जगह पर शहीद किया सी। सीसगंज साहिब दिल्ली, दिल्ली दे विच उन्हां नूं शहीद किया गया सी, तीनों सिखां नूं ते गुरु महाराज नूं। रकाबगंज साहिब का की इतिहास है, भी दिल्ली च चांदनी चौंक दिल्ली तो 5 किलोमीटर की दूरी पर नवी दिल्ली विच ये सुंदर गुरुद्वारा है। इत्थे भाई लखी शाह वंजारे ने अपने घर नूं अग ला के गुरु महाराज के धड़ का संस्कार किया सी। धड़ का मतलब जिहड़ी उन्हां दी बॉडी सी सारी, क्योंकि उन्हां दा सीस वख कर दिता गया सी जदों शहीदी हुई सी। जिहड़ी सारी बॉडी बची नीचों की सारी वो संस्कार किया गया सी। ते रकाबगंज साहिब गुरुद्वारे का नाम रख दिता गया, रकाबगंज साहिब। ठीक है जी। अगे हरमंदिर साहिब पटना साहिब बिहार। पटना साहिब इत्थे गुरु गोबिंद सिंह जी का प्रकाश होया सी। ते पटना साहिब विच ही गुरु महाराज के संबंधित होर भी बहुत सारे गुरुद्वारे हैं। नैक्सट है साडे कोल केसगढ़ साहिब। केसगढ़ साहिब आनंदपुर साहिब। इत्थे गुरु गोबिंद साहिब ने 1699 ईस्वी की विसाखी वाले दिन परख करके 5 प्यारियां की चोण की सी। केसगढ़ साहिब का की इतिहास है, खालसा पंथ की सिरजना की सी। 5 प्यारे चुने गए सन ते होले महल्ले नूं बहुत वड्डा जोड़ मेला
ਮੰਨਿਆ ਜਾਂਦਾ ਸੀ। ਇਸ ਸਥਾਨ 'ਤੇ ਅੱਜ ਵੀ ਬਹੁਤ ਭਾਰੀ ਜੋੜ ਮੇਲਾ ਲੱਗਦਾ ਹੋਲੇ ਮਹੱਲੇ ਵਾਲੇ ਦਿਨ, ਜਿਹਨੂੰ ਆਪਾਂ ਹੋਲੀ ਬੋਲਦੇ ਹਾਂ, ਲੇਕਿਨ ਸਿੱਖਾਂ ਵਿੱਚ ਇਹਨੂੰ ਹੋਲਾ ਮਹੱਲਾ ਬੋਲਿਆ ਜਾਂਦਾ ਅਤੇ ਇੱਥੇ ਬਹੁਤ ਵੱਡਾ ਭਾਰੀ ਜੋੜ ਮੇਲਾ ਲੱਗਦਾ ਹੋਲੀ ਵਾਲੇ ਦਿਨਾਂ 'ਚ। ਠੀਕ ਹੈ ਜੀ। ਇੱਥੇ ਗੁਰੂ ਮਹਾਰਾਜ ਨੇ 5 ਪਿਆਰਿਆਂ ਦੀ ਪਰਖ ਕਰਕੇ ਖਾਲਸਾ ਪੰਥ ਸਾਜਿਆ ਸੀ। ਕਿੱਥੇ? ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ। ਪਾਉਂਟਾ ਸਾਹਿਬ ਦਾ ਕੀ ਇਤਿਹਾਸ ਹੈ? ਪਾਉਂਟਾ ਸਾਹਿਬ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ ਲਿੰਕ ਰੱਖਦਾ ਗੁਰਦੁਆਰਾ। ਪਹਾੜੀ ਰਿਆਸਤ ਨਾਹਨ ਵਿੱਚ ਇਹ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੈ। ਇੱਥੇ ਆਪ ਜੀ ਨੇ ਕਿਲ੍ਹਾ ਬਣਵਾਇਆ ਅਤੇ ਭੰਗਾਣੀ ਦਾ ਯੁੱਧ ਵੀ ਇਸੇ ਦੇ ਨੇੜੇ ਹੀ ਹੋਇਆ ਸੀ। ਪਾਉਂਟਾ ਸਾਹਿਬ ਗੁਰਦੁਆਰੇ ਗੁਰੂ ਮਹਾਰਾਜ ਨੇ ਕੀ ਕੀਤਾ ਸੀ? ਕਿਲ੍ਹਾ ਬਣਵਾਇਆ ਸੀ ਅਤੇ ਭੰਗਾਣੀ ਦਾ ਯੁੱਧ ਵੀ ਇਹਦੇ ਨੇੜੇ ਤੇੜੇ ਹੀ ਹੋਇਆ ਸੀ। ਮਤਲਬ ਭੰਗਾਣੀ ਦਾ ਯੁੱਧ ਕਿੱਥੇ ਹੋਇਆ ਸੀ? ਪਾਉਂਟਾ ਸਾਹਿਬ ਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ। ਗੁਰਦੁਆਰਾ ਗੜੀ ਸਾਹਿਬ, ਚਮਕੌਰ ਸਾਹਿਬ। ਇੱਥੇ 40 ਸਿੰਘਾਂ ਨੇ ਲੱਖਾਂ ਦੀ ਗਿਣਤੀ ਦੀ ਫੌਜ ਦਾ ਮੁਕਾਬਲਾ ਕੀਤਾ ਸੀ। ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਇੱਥੇ ਸ਼ਹੀਦ ਹੋਏ ਸਨ। ਗੜੀ ਸਾਹਿਬ, ਚਮਕੌਰ, ਆਪਾਂ ਕਹਿੰਦੇ ਹਾਂ ਨਾ ਕਿ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਦਿੱਤੀ ਕਿਹਨਾਂ ਨੇ? 40 ਸਿੰਘਾਂ ਨੇ ਲੱਖਾਂ ਦੀ ਗਿਣਤੀ ਦੀ ਫੌਜ ਦਾ ਮੁਕਾਬਲਾ ਕੀਤਾ ਸੀ। ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਇੱਥੇ ਸ਼ਹੀਦ ਹੋਏ ਸਨ। ਚਮਕੌਰ ਦੀ ਗੜੀ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸ਼ਹੀਦ ਹੋ ਗਏ ਸਨ। ਉਸ ਗੁਰਦੁਆਰੇ ਨੂੰ ਨਾਮ ਦਿੱਤਾ ਹੈ ਗੜੀ ਸਾਹਿਬ, ਜਿਹੜਾ ਕਿ ਚਮਕੌਰ ਸਾਹਿਬ 'ਚ ਹੈ। ਅੱਗੇ ਫਤਿਹਗੜ੍ਹ ਸਾਹਿਬ ਸਰਹੰਦ। ਇੱਥੇ ਦਾ ਇਤਿਹਾਸ ਕੀ ਹੈ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਤੋਂ ਸੁੱਟ ਕੇ ਸ਼ਹੀਦ ਕੀਤਾ ਗਿਆ ਅਤੇ 9 ਸਾਲ ਅਤੇ 7 ਸਾਲ ਦੇ ਛੋਟੇ ਸ਼ਹਿਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਜੀ ਨੂੰ ਨੀਹਾਂ ਵਿੱਚ ਚਿਣਾ ਕੇ ਸ਼ਹੀਦ ਕੀਤਾ ਗਿਆ। ਫਤਿਹਗੜ੍ਹ ਸਾਹਿਬ ਆਪਾਂ ਸਾਰੇ ਜਾਣਦੇ ਹਾਂ, ਸ਼ਹੀਦੀ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਰਸ਼ ਹੁੰਦਾ ਦੇਖਣ ਨੂੰ ਮਿਲਦਾ। ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਜੀ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ। ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਜਿੱਥੇ ਬਣਿਆ ਹੋਇਆ ਉੱਥੇ ਸ਼ਹੀਦ ਕਰ ਦਿੱਤਾ ਗਿਆ ਸੀ। ਸਰਹੰਦ। ਹਾਂਜੀ ਬੋਲੋ ਵਾਹਿਗੁਰੂ ਜੀ। ਦੀਦੀ ਮਾਤਾ ਗੁਜਰ ਕੌਰ ਜੀ ਨੂੰ ਸੁੱਟ ਕੇ ਸ਼ਹੀਦ ਕੀਤਾ ਗਿਆ ਸੀ, ਪਰ ਇਹ ਤਾਂ ਸੁਣਿਆ ਨਹੀਂ ਕਦੀ। ਹਾਂਜੀ ਮੈਂ ਵੀ ਨਹੀਂ ਸੁਣਿਆ, ਇਹ ਸਿਰਫ ਇੱਥੇ ਲਿਖਿਆ ਹੋਇਆ ਕਿ ਆਪਾਂ ਅਗਰ ਦੇਖਦੇ ਹਾਂ, ਵਿਚਾਰਦੇ ਹਾਂ, ਮਾਤਾ ਜੀ ਨੂੰ ਤਾਂ ਜਦੋਂ ਪਤਾ ਲੱਗਿਆ ਸੀ, ਜਿਹੜੀ ਸੰਗਤ ਸੀ ਉਹਨਾਂ ਦੇ ਇਲਾਕੇ ਦੇ ਰਹਿਣ ਵਾਲੀ, ਉਹਨਾਂ ਨੇ ਸੰਗਤਾਂ ਦੇ ਮੂੰਹ ਤੋਂ ਉਹਨਾਂ ਨੂੰ ਪਤਾ ਲੱਗਾ ਕਿ ਮੇਰੇ ਜਿਹੜੇ ਬੱਚੇ ਆ, ਮੇਰੇ ਪੋਤਰੇ ਆ, ਉਹ ਸ਼ਹੀਦੀ ਪਾ ਗਏ ਆ, ਤਾਂ ਨਾਲ ਹੀ ਮਾਤਾ ਜੀ ਵੀ ਸ਼ਹੀਦੀ ਪਾ ਗਏ ਸੀ। ਇਹ ਬੁੱਕ 'ਚ ਲਿਖਿਆ ਹੋਇਆ। ਹਾਂਜੀ ਉਹਨਾਂ ਨੇ ਸਵਾਸ ਤਿਆਗ ਦਿੱਤੇ ਸੀ। ਇੱਥੇ ਬੁੱਕ 'ਚ ਲਿਖਿਆ ਕਿ ਠੰਡੇ ਬੁਰਜ ਤੋਂ ਸੁੱਟ ਕੇ ਸ਼ਹੀਦ ਕੀਤਾ, ਲੇਕਿਨ ਉਹ ਮਾਤਾ ਜੀ ਤਾਂ ਆਪ ਹੀ ਆਪਣੇ ਸਵਾਸ ਤਿਆਗ ਗਏ ਸੀ, ਸਰੀਰ ਛੱਡ ਗਏ ਸੀਗੇ। ਚਲੋ ਕੋਈ ਗੱਲ ਨਹੀਂ, ਅਗਰ ਕੁਐਸਚਨ ਆਇਆ ਤਾਂ ਤੁਸੀਂ ਟਿਕ ਕਰ ਸਕਦੇ ਹੋ, ਸੁੱਟ ਕੇ ਸ਼ਹੀਦ ਕੀਤਾ। ਬਾਕੀ ਮੈਂ ਇੱਕ ਵਾਰ ਕਿਸੇ ਨਾਲ ਗੱਲ ਕਰ ਲਾਂਗੀ, ਜਿਹੜੇ ਕਥਾ ਕਰਦੇ ਆ ਨਾ, ਉਹਨਾਂ ਨਾਲ ਪੁੱਛ ਲੂੰ। ਅੱਗੇ ਕਰਦੇ ਹਾਂ ਦਰਬਾਰ ਸਾਹਿਬ, ਮੁਕਤਸਰ ਸਾਹਿਬ ਦਾ ਕੀ ਇਤਿਹਾਸ ਹੈ? ਦਰਬਾਰ ਸਾਹਿਬ ਨਾਮ ਦੇ ਕਈ ਗੁਰਦੁਆਰੇ ਹਨ, ਲੇਕਿਨ ਸਾਨੂੰ ਸ਼ਹਿਰ ਦਾ ਨਾਮ ਵੀ ਨਾਲ ਪਤਾ ਹੋਣਾ ਚਾਹੀਦਾ। ਇੱਕ ਦਰਬਾਰ ਸਾਹਿਬ ਹੈ ਪਟਨਾ ਸਾਹਿਬ ਨੂੰ ਵੀ ਕਿਹਾ ਸੀ, ਜਿਹੜਾ ਆਪਾਂ ਕੱਲ੍ਹ ਗੱਲ ਕੀਤੀ। ਇੱਕ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਨੂੰ ਕਹਿ ਰਹੇ ਹੈ, ਦਰਬਾਰ ਸਾਹਿਬ ਖਡੂਰ ਸਾਹਿਬ ਨੂੰ ਵੀ ਕਹਿ ਰਹੇ ਹੈ। ਇਸ ਕਰਕੇ ਦਰਬਾਰ ਸਾਹਿਬ ਦਾ ਜਸਟ ਨਾਮ ਹੈ ਦਰਬਾਰ ਸਾਹਿਬ, ਲੇਕਿਨ ਉਹਦਾ ਸ਼ਹਿਰ ਦਾ ਨਾਮ ਨਾਲ ਹੋਣਾ ਬਹੁਤ ਜ਼ਰੂਰੀ ਹੈ। ਮੁਕਤਸਰ ਸਾਹਿਬ, ਪਟਨਾ ਸਾਹਿਬ, ਅੰਮ੍ਰਿਤਸਰ ਸਾਹਿਬ, ਉੱਥੋਂ ਦੀ ਸਾਨੂੰ ਫਿਰ ਪ੍ਰੋਪਰ ਇਤਿਹਾਸ ਦੱਸਣਾ ਸੌਖਾ ਹੋਏਗਾ। ਇੱਥੇ ਮਾਈ ਭਾਗੋ ਜੀ ਜਿਹਨੂੰ ਵੀ ਬੋਲਦੇ ਹਾਂ, ਭਾਈ ਮਹਾ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਮੁਗਲ ਫੌਜ ਨਾਲ ਕਸਮਾਨ ਦਾ ਯੁੱਧ ਕੀਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਸ਼ਹੀਦ ਸੂਰਬੀਰਾਂ ਨੂੰ ਸਨਮਾਨਿਆ ਅਤੇ ਸਤਿਕਾਰਿਆ ਸੀ। ਇੱਥੇ ਬਹੁਤ ਵੱਡਾ ਸਰੋਵਰ ਵੀ ਹੈ ਅਤੇ ਨਾਲ ਹੀ ਸ਼ਹੀਦਗੰਜ ਹੈ, ਜਿੱਥੇ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਸਿੰਘਾਂ ਦਾ ਸੰਸਕਾਰ ਹੋਇਆ ਸੀ। ਮੁਕਤਸਰ ਸਾਹਿਬ ਜਿਹੜੇ ਸਿੰਘ ਸ਼ਹੀਦ ਹੋ ਗਏ ਸੀ ਉਦੋਂ, ਇਹਨਾਂ 'ਚ ਕੌਣ ਕੌਣ ਹੈ? ਮਾਈ ਭਾਗੋ ਜੀ, ਜਿਹੜੇ ਬਹੁਤ ਹੀ ਫੁਰਤੀਲੇ ਮਾਤਾ ਜੀ ਸਨ, ਬਹੁਤ ਉਹਨਾਂ ਨੇ ਮਤਲਬ ਜੰਗ 'ਚ ਬਹੁਤ ਆਪਣੇ ਸੋਹਣੇ ਜੋਹਰ ਦਿਖਾਏ ਸੀ, ਉਹ ਲੜੇ ਨਹੀਂ ਸੀ। ਅਤੇ ਉਸ ਤੋਂ ਬਾਅਦ ਭਾਈ ਮਹਾ ਸਿੰਘ ਜੀ ਹੈ ਅਤੇ ਉਹਨਾਂ ਦੇ ਸਾਥੀ ਨੇ, ਉਹਨਾਂ ਨੇ ਮੁਗਲ ਫੌਜਾਂ ਨਾਲ ਯੁੱਧ ਕੀਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਸ਼ਹੀਦ ਸੂਰਬੀਰਾਂ ਨੂੰ ਸਨਮਾਨਿਆ ਅਤੇ ਸਤਿਕਾਰਿਆ ਸੀ। ਇੱਥੇ ਬਹੁਤ ਵੱਡਾ ਸਰੋਵਰ ਹੈ ਅਤੇ ਨਾਲ ਹੀ ਸ਼ਹੀਦਗੰਜ ਹੈ। ਸ਼ਹੀਦਗੰਜ ਸਾਹਿਬ ਮੁਕਤਸਰ ਹੈ, ਸ਼ਹੀਦਗੰਜ, ਜਿੱਥੇ ਜੰਗ ਵਿੱਚ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ ਸੀ। ਅਤੇ ਮੁਕਤਸਰ ਸਾਹਿਬ ਦਰਬਾਰ ਸਾਹਿਬ ਦਾ ਕੀ ਇਤਿਹਾਸ ਹੈ ਕਿ ਇੱਥੇ ਮੁਗਲ ਫੌਜਾਂ ਦੇ ਨਾਲ ਯੁੱਧ ਹੋਇਆ ਸੀ, ਭਾਈ ਮਾਈ ਭਾਗੋ ਜੀ ਦਾ, ਭਾਈ ਮਹਾ ਸਿੰਘ ਜੀ ਦਾ ਅਤੇ ਉਹਨਾਂ ਦੇ ਸਾਥੀਆਂ ਦਾ। ਜਦੋਂ ਆਪਾਂ ਮੁਕਤਸਰ ਦੀ ਜੰਗ ਬਾਰੇ ਸੋਚਦੇ ਹਾਂ ਨਾ, ਮਾਘੀ ਵਾਲੇ ਦਿਨ ਮੁਕਤਸਰ ਦੀ ਜੰਗ ਬਾਰੇ ਬਹੁਤ ਵਿਚਾਰਾਂ ਹੁੰਦੀਆਂ
कि जंग किवें होई सी, की उहदे 'च होया सी, फिर बाद 'च गुरु गोबिंद सिंह जी ने किवें सब दा संस्कार कीता सी, ये वो चीज़ है। अगे दमदमा साहिब साबो की तलवंडी बठिंडा, साबो की तलवंडी बठिंडा, दमदमा साहिब भी बहुत गुरुद्वारे है कि नहीं नाम लिखिया होया नाल साबो की तलवंडी बठिंडा। इत्थे गुरु गोबिंद सिंह जी लगभग 9 महीने ठहरे सन। गुरु गोबिंद सिंह जी लगभग 9 महीने इत्थे ठहरे सन। जंगां युद्धां दे बिखड़े समय दे बावजूद बहुत वड्डी गिनती विच अमृत संचार करके लखां दी गिनती विच सिख सजाए। इत्थे भी भाई डल्ले की परख की ते उसनूं खंडे की पौल छका के भाई डल्ले नूं डल्ला सिंह बना दिता। आप जी की बीड़ दे उतारे गुरु साहिब जी ने भाई मनी सिंह जी और बाबा दीप सिंह जी पासों इस स्थान पर करवाए। हाँ जी, ये क्वेश्चन आ सकता है जी, जरूरी नहीं तुहानूं ये क्वेश्चन आएगा कि दमदमा साहिब साबो की तलवंडी का की इतिहास है, नहीं, क्वेश्चन मोल्ड करके भी आ सकता है। भाई डल्ले नूं अमृत छका के भाई डल्ला सिंह बनाया, उस गुरुद्वारे का की नाम है? तो तुसीं लिखना है दमदमा साहिब साबो की तलवंडी बठिंडा। एक गुरुद्वारा गुरु गोबिंद सिंह जी नाल लिंक रखता है। 9 महीने गुरु महाराज इत्थे रुके सी। जंगां युद्धां दे बिखड़े समय के बावजूद गुरु महाराज ने अमृत संचार करवाए तो लखां प्राणियां नूं अमृत छका के सिंह सजाया। इत्थे ही भाई डल्ले की परख की सी ते उसनूं खंडे की पौल छका के भाई डल्ला सिंह बना दिता सी। गुरु महाराज का एक सिख सी भाई डल्ला, वो बहुत देखण नूं ना बहुत पतले सन, बहुत कमज़ोर लगते सन, लेकिन अमृत छकाण तो बाद गुरु महाराज ने उन्होंने अपनी बाणी दिती, अमृत छकाया तो भाई डल्ला सिंह बना दिता। तो उन्हां 'च बहुत शक्ति आ गई, बहुत ताकत आ गई। ये ताकत शक्ति किस चीज़ की सी? जिहड़ी उन्होंने बाणी पढ़ के कमाई की सी, जिहड़ा उन्होंने अमृत छकिया सी, उहदी शक्ति सी उन्हां कोल। उस तो बाद उन्होंने अमृत छका के सिंह बनाया। गुरु ग्रंथ साहिब जी की बीड़ दे उतारे गुरु साहिब जी ने भाई मनी सिंह जी और बाबा दीप सिंह जी पासों इस स्थान पर करवाए। देखते हैं जी। हाँ जी, गुरु ग्रंथ साहिब जी की बीड़ दे उतारे गुरु साहिब जी ने भाई मनी सिंह जी और बाबा दीप सिंह जी पासों इस स्थान पर करवाए सन। उतारे का की मतलब है कि कोई कवर करवाए सी या लिखवाई सी दोबारा? कोई गल नहीं, यदा तुहानूं मैं थोड़ा होर डिटेल विच कल दसांगी। नैक्सट है हजूर साहिब अबचल नगर नांदेड़। इत्थे का की इतिहास है? गोदावरी नदी के कंढे ते है। तुहानूं ये भी पूछा जा सकता है कि ये गुरुद्वारा साहिब किहड़े कंढे ते है, किहड़ी नदी के कंढे ते है। सानूं ये भी याद रखना पेगा, दखण विच गोदावरी नदी के कंढे ते नांदेड़ शहर है, शहर का नाम है नांदेड़। ते हजूर साहिब अबचल नगर हजूर साहिब गुरुद्वारे का नाम है। वो स्थान है जिथे गुरु गोबिंद सिंह जी ज्योति जोत समाए सन। गुरु महाराज ज्योति जोत समाए सन इस गुरुद्वारे हजूर साहिब। इत्थे गुरु गोबिंद सिंह जी ने गुरु ग्रंथ साहिब जी नूं पंथ की मौजूदगी विच गुरियाई बख्शी सी। गुरु ग्रंथ साहिब जी नूं गुरियाई किहड़े स्थान ते मिली? नांदेड़ विखे, हजूर साहिब नांदेड़। अते सदा गुरु ग्रंथ साहिब जी की ताबिया रहन का हुक्म किया कि आपां एक गुरु ग्रंथ साहिब जी नूं मनना, होर किसी नूं नहीं मनना। गुरु महाराज ने इत्थे गुरु ग्रंथ साहिब जी नूं गुरियाई बख्शी सी। अगे है जी शब्द कंठ करने। ये तुसीं शब्द लर्न करने पैणगे तुहानूं, इन्हां दे मीनिंग्स भी नाल दिते हुए हैं। हर का नाम हृदय नित ध्याई, संगी साथी सगल तराई, गुर मेरे संग सदा है नाले, सिमर सिमर तिस सदा संभाले, रहाओ तेरा किया मीठा लागे, हर नाम पदार्थ नानक मांगे। ये अगे विचार करते हैं जी। तुहानूं क्वेश्चनस चों विचार भी तुहानूं पूछे जा सकते हैं। ये दूसरा आ गया।
चलो कोई गल हाँ जी। अर्थ देखते हैं आप तो कहते हर का नाम हृदय नित ध्याई। हर का नाम ਇਹਦਾ ਕੀ मतलब है? हरि का नाम हृदय हृदय मतलब अपने हृदय विच नित ध्याई का अर्थ है नित मतलब रोज़ ध्याना मतलब याद करना कि आप परमात्मा का नाम रोज़ अपने मन विच अपने हृदय विच ध्यान नाल याद करना परमात्मा नूं। संगी साथी सगल तराई तेरे संगी साथी जो भी तेरे संगी है जो तेरे नाल रहिंदे है तेरे साथी है सगल तराई परमात्मा उन्होंने भी तार दिंदा है। गुर मेरे संग सदा है नाले आप ये समझना कि गुरु महाराज मेरे नाल है मेरे संग है हमेशा हमेशा मेरे नाल है। सिमर सिमर ते सदा संभाले लेकिन असी किद्दां परमात्मा नूं अपने नाल रख सकते हैं? सिमर सिमर के गुर मेरे संग सदा है नाले परमात्मा तो हमेशा मेरे नाल है लेकिन हमेशा मेरे नाल तो है मैनूं पता किद्दां लगेगा? ठीक है सिमर सिमर ते सदा संभाले सिमर सिमर के परमात्मा नूं मैं सिमर सिमर के सदा संभाले सदा परमात्मा मेरे नाल रहेगा मैनूं यकीन रहेगा परमात्मा मेरे नाल है। तेरा किया मीठा लग गया गुरु महाराज तुसी जो भी करोगे तेरा किया वाहिगुरू जी तुहाडा कीता होया मैनूं हमेशा मिठा लगेगा। चाहे तुसी मैनूं दुख दे रहे हो मेरी कोई गल नहीं पूरी कर रहे या मैनूं सुख भी मिल रहा तां भी हर टाइम ते मैं ये समझांगी कि तुहाडा जिहड़ा भाणा है वो मेरे लिए मिठा है। जिवें गुरु अर्जन देव जी ने कहा सी तेरा किया मीठा लग गया हर नाम पदार्थ नानक मंगया। हुण अजकल के टाइम ते बहुत गर्मी हो गई है थोड़े दिनों तो बहुत ज़्यादा ही हो गई है। आप इमेजिन कर रहे हैं असीं आप इन्ना सोच रहे हैं हाय गर्मी लेकिन गुरु अर्जन देव जी पातशाह जिन्हां ने इन्नी गर्मी दे विच तपदी हुई लोह तपदे हुए तवे दे उत्ते बैठ के शहीदी दित्ती उन्हां दे उपर गर्म रेता भी पाई गई उन्हां दे शरीर नूं देग विच भी उबालिया गया गर्म उबलते पानी दे विच उन्हां नूं बिठाया गया उन्होंने शरीर ते सारे छाले छाले हो गए फिर भी गुरु महाराज ने ये नहीं कहा कि नहीं वाहिगुरू जी मैनूं तुहाडा हुक्म मंजूर नहीं है नहीं परमात्मा जी मैनूं तुहाडा हुक्म मंजूर नहीं है। नहीं गुरु महाराज आप करन वास्ते तो जो मर्जी कर सकते सी बहुत अनेकों प्रकार दी शक्तियां दे गुरु महाराज आप मालिक सन लेकिन गुरु महाराज ने परमात्मा का भाणा मन्निया सानूं सब नूं समझाउण लई कि गुरु महाराज का परमात्मा का भाणा मनना बहुत इंपॉर्टेंट है। तेरा किया मीठा लग गया तुसी जो भी मेरे वास्ते कर रहे हो मैनूं मिठा लगे मैनूं मिठा लगे चंगा लगे मैं उन्होंने सह लवां कंप्लेन ना करा। हर नाम पदार्थ नांगे नानक मंगे हरि नाम का पदार्थ हरि परमात्मा का जिहड़ा परमात्मा वाहिगुरू के नाम का पदार्थ नानक मंगते हैं तुहाडे तो मतलब गुरु नानक देव जी अपने आप नूं संबोधन करके कह रहे हैं कि हरि नाम का पदार्थ मैनूं चाहिदा है। परमात्मा के नाम का पदार्थ मतलब परमात्मा का नाम चाहिए परमात्मा की बाणी चाहिए है। नानक मंगे गुरु नानक देव जी ये मंग रहे हैं परमात्मा तो। हाँ जी ये शब्द के ये मीनिंग सी बाकी जोड़े थोड़े जे रह गए वो आप कल की क्लास डिस्कस कर लाँगे या फिर अगर मैनूं लगेगा क्लास नहीं तो मैं रिकॉर्डिंग करके ना सवेरे रिकॉर्डिंग करके कोशिश कराँगी दोपहर तक मैं अपलोड कर दा तुसीं सारे उस टाइम पर सुन सकोगे। तो ये रिकॉर्डिंग नूं तुसीं वध तों वध शेयर करो जी मेरे चैनल नूं सबसक्राइब कर देना। तो जोड़ा 20 तरीक नूं एग्जाम है वो वास्ते एक PDF खत्म करके फिर आप एक अगली PDF स्टार्ट करांगे रहत मर्यादा।